ਅੱਗੇ ਗੱਲ ਆ ਜਾਂਦੀ ਧੰਨਾ ਭਗਤ ਜੀ ਦੀ, ਜਿਹੜੇ ਰਾਮਾਨੰਦ ਜੀ ਦੇ ਚੇਲੇ ਸੀ। ਬਹੁਤ ਥਾਵਾਂ 'ਤੇ ਅਸੀਂ ਜਦੋਂ ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ ਨੂੰ ਵਾਚਦੇ ਨਹੀਂ ਤਾਂ ਅਕਸਰ ਅਸੀਂ ਅਰਥਾਂ ਦੇ ਅਨਰਥ ਕਰ ਰਹੇ ਹਾਂ। ਜਦੋਂ ਧੰਨਾ ਭਗਤ ਜੀ ਦਾ ਉਚਾਰਿਆ ਸ਼ਬਦ ਆਰਤੀ 'ਚ ਪੜ੍ਹਿਆ ਜਾਂਦਾ ਹੈ ਤੇ ਸੱਚ ਜਾਣਿਓ ਧਨਾਸਰੀ ਰਾਗ ਦੇ ਵਿੱਚ ਉਸ ਸ਼ਬਦ ਦਾ ਸੰਬੰਧ ਆਰਤੀ ਦੇ ਨਾਲ ਬਿਲਕੁਲ ਨਹੀਂ। ਅਸੀਂ ਪੜ੍ਹ ਦਿੰਦੇ ਹਾਂ ਗੋਪਾਲ ਤੇਰਾ ਆਰਤਾ, ਤੇ ਜੇ ਕਿਸੇ ਨੂੰ ਗੱਲ ਕਹੀਏ ਪ੍ਰਮਾਣਿਕ ਤੌਰ ਤੇ ਉਹ ਕਹਿੰਦਾ ਜੀ ਧੰਨਾ ਜੱਟ ਸੀ ਨਾ, ਬਾਕੀਆਂ ਨੇ ਆਰਤੀ ਉਚਾਰੀ, ਉਸਨੇ ਆਰਤਾ ਲਿਖ ਦਿੱਤਾ, ਜੱਟ ਸੀ ਨਾ, ਥੋੜਾ ਮੂਡ ਸੀ। ਇੰਜ ਨਹੀਂ ਹੈ। ਆਰਤ ਸ਼ਬਦ ਸੰਸਕ੍ਰਿਤ ਦਾ ਹੈ। ਆਰਤਾ ਦਾ ਭਾਵ ਹੈ ਭਿਖਾਰੀ, ਨਿਮਾਣਾ, ਨਿਤਾਣਾ। ਆਰਤੀ ਦਾ ਇਹ ਸ਼ਬਦ ਦੇ ਨਾਲ ਸੰਬੰਧ ਹੀ ਕੋਈ ਨਹੀਂ। ਧੰਨਾ ਜੀ ਕਹਿ ਰਹੇ ਨੇ ਗੋਪਾਲ ਤੇਰਾ ਆਰਤਾ, ਮੈਂ ਤੇਰੇ ਦਰ ਦਾ ਭਿਖਾਰੀ ਹਾਂ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ, ਮੈਂ ਤੇਰਾ ਭਿਖਾਰੀ ਹਾਂ। ਆਰਤੀ ਦਾ ਇਹ ਸ਼ਬਦ ਦੇ ਨਾਲ ਕੋਈ ਸੰਬੰਧ ਨਹੀਂ। ਦੋ ਸ਼ਬਦ ਭਗਤ ਜੀ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਇੱਕ ਆਸਾ ਰਾਗ ਦੇ ਵਿੱਚ, ਇੱਕ ਧਨਾਸਰੀ ਰਾਗ ਦੇ ਵਿੱਚ। ਜੇ ਕਿਤੇ ਇਹਨਾਂ ਸ਼ਬਦਾਂ ਨੂੰ ਸਮਝੀਏ, ਇੱਕ ਸ਼ਬਦ ਦੇ ਵਿੱਚ ਭਗਤ ਧੰਨਾ ਜੀ ਨੇ ਇੱਕ ਬੜੀ ਉੱਚਾ ਪ੍ਰਮਾਣ ਦੇ ਦਿੱਤਾ। ਉਹ ਕਹਿੰਦੇ ਨੇ ਕੀਟ ਪਖਾਣ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾ ਹੈ। ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਅਸੀਂ ਰੋਜ਼ ਰਹਿ ਰਾਸ ਦੇ ਵਿੱਚ ਇੱਕ ਸ਼ਬਦ ਉਚਾਰਦੇ ਹਾਂ, ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੇ ਕਰ ਤਰਿਆ। ਪੱਥਰ ਦੇ ਵਿੱਚ ਜੰਤ ਹੈ, ਔਰ ਜੰਤ ਕੀ ਹੈ? ਗੁਰਬਾਣੀ ਦੇ ਵਿੱਚ ਜਿੱਥੇ ਵੀ ਮਾਈਕਰੋਬਸ ਦੀ ਗੱਲ ਆਈ, ਸ਼ਬਦ ਜੰਤ ਵਰਤਿਆ ਗਿਆ। ਜੀਵ ਉਹ ਹੈ ਜਿਹੜਾ ਅੱਖ ਦੇ ਨਾਲ ਵੇਖਿਆ ਜਾਂਦਾ ਹੈ। ਜਿੱਥੇ ਵੀ ਪੱਥਰ ਦੀ ਗੱਲ ਆਵੇਗੀ ਉੱਥੇ ਜੰਤ ਜਾਂ ਕੀਟ ਸ਼ਬਦ ਆਵੇਗਾ, ਕਿਉਂਕਿ ਜੰਤ ਔਰ ਕੀਟ ਜਿਹੜਾ ਪੱਥਰ 'ਚ ਉਸ ਨੂੰ ਨੰਗੀ ਅੱਖ ਦੇ ਨਾਲ ਨਹੀਂ ਵੇਖਿਆ ਜਾਵੇਗਾ, ਤੇ ਜਿਹੜਾ ਮਾਈਕਰੋਸਕੋਪ ਦੇ ਨਾਲ ਵੀ ਨਹੀਂ ਵੇਖਿਆ ਜਾਵੇਗਾ, ਗੁਰਬਾਣੀ 'ਚ ਉਸ ਨੂੰ ਪਰਾ ਜੰਤ ਆਖਿਆ ਜਾਵੇਗਾ। ਜੰਤ ਤੋਂ ਵੀ ਅਗਲੀ ਅਵਸਥਾ ਸੈਸਕ੍ਰਿਤੀ ਸ਼ਲੋਕਾਂ 'ਚ ਪੰਚਮ ਪਾਤਸ਼ਾਹ ਕਹਿੰਦੇ ਨੇ ਪਰਮਾਣੂ ਪਰਾ ਜੰਤ ਆਕਾਸ਼ੈ ਦੀਪ ਲੋਸੇ ਖੰਡਨੇ। ਇਹ ਤਿੰਨ ਚੀਜ਼ਾਂ ਆਉਣਗੀਆਂ, ਜੰਤ, ਪਰਾਜੰਤ ਔਰ ਜੀਵ। ਜਿਹੜਾ ਪੱਥਰ ਦੇ ਵਿੱਚ ਜੰਤ ਹੈ ਜਾਂ ਕੀਟ ਹੈ, ਧੰਨਾ ਭਗਤ ਜੀ ਕਹਿੰਦੇ ਨੇ ਕੀਟ ਪਖਾਣ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀ। ਅਸੀਂ ਰੋਜ਼ ਰਹਿ ਰਾਸ 'ਚ ਪੜ੍ਹਦੇ ਹਾਂ, ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੇ ਕਰ ਤਰਿਆ। ਪੱਥਰ ਦੇ ਵਿੱਚ ਮਾਈਕਰੋਬਸ ਹੈ, ਤਾਚੋ ਮਾਰਗ ਨਾਹੀ, ਰਾਹ ਕੋਈ ਵੀ ਨਹੀਂ ਹੈ ਵਿੱਚ। ਜਦੋਂ ਰਾਹ ਹੀ ਕੋਈ ਨਹੀਂ ਹੈ, ਨਾ ਉਹਦੇ ਤੱਕ ਆਕਸੀਜਨ ਪਹੁੰਚਦੀ ਹੈ, ਨਾ ਉਹਦੇ ਤੱਕ ਸੂਰਜ ਦੀ ਰੋਸ਼ਨੀ ਪਹੁੰਚਦੀ ਹੈ, ਉਹ ਰੋਟੀ ਕਿਵੇਂ ਖਾ ਰਿਹਾ? ਸਵਾਲ ਸਾਡੇ ਸਾਹਮਣੇ, ਰੋਟੀ ਕਿਵੇਂ ਖਾ ਰਿਹਾ? ਸਮੁੰਦਰ ਦੀ ਤਹਿ ਦੀ ਜਿਹੜੀ ਸੂਰਜ ਦੀ ਰੋਸ਼ਨੀ ਹੈ, ਉਹ ਰੋਸ਼ਨੀ 40 ਫੁੱਟ ਤੋਂ ਅੱਗੇ ਜਾ ਕੇ ਬੰਦ ਹੋ ਜਾਂਦੀ। ਸਮੁੰਦਰ ਦੇ ਥੱਲੇ ਹਨੇਰਾ ਹੈ, ਪੌਦੇ ਉੱਥੇ ਵੀ ਹਰੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮੇ ਜੰਤ ਉਪਾਇਨ। ਤਿੰਨਾਂ ਵੀ ਰੋਜੀ ਦੇ, ਉੱਥੇ ਹੱਟ ਨਾ ਚੱਲੀ ਕੋਈ ਨਾ ਕਿਰਸ ਕਰੇ। ਉਹਨਾਂ ਬੂਟਿਆਂ ਦਾ ਰੰਗ ਹਵਾ ਕਿਵੇਂ? ਉਹਨਾਂ ਨੂੰ ਰੋਟੀ ਕਿਵੇਂ ਮਿਲ ਰਹੀ ਹੈ? ਸੂਰਜ ਦੀ ਰੋਸ਼ਨੀ ਹੈ ਨਹੀਂ, ਪੌਦੇ ਹਰੇ ਵੀ ਨੇ। ਬਾਹਰਲੇ ਜਗਤ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਸੂਰਜ ਦੇ ਜਿਹੜੇ ਪੱਤੇ ਨੇ ਸੂਰਜ ਦੀ ਰੋਸ਼ਨੀ ਤੋਂ ਆਪਣਾ ਭੋਜਨ ਤਿਆਰ ਕਰਦੇ ਨੇ। ਉਸ ਨੂੰ ਕਿਹਾ ਜਾਂਦਾ ਕੀਮੋਸਿੰਥਸਿਸ। ਇੱਕ ਜਰਮਨ ਦਾ ਵਿਗਿਆਨੀ ਹੋਇਆ ਕਾਰਲ ਸਟਟ, ਉਸਨੇ ਖੋਜ ਕੀਤੀ ਸੀ ਕਿ ਜਿਹੜੇ ਪੱਥਰ ਦੇ ਅੰਦਰ ਮਾਈਕਰੋਬਸ ਨੇ। ਉਸਨੇ ਅਲਾਸਕਾ ਟਨਲ ਦੇ ਵਿੱਚ ਜਿਹੜੀ 5000 ਸਾਲ ਤੋਂ ਜੰਮੀ ਪਈ ਹੈ ਬਿਲਕੁਲ ਪੱਥਰਾਂ ਦੇ ਵਿੱਚ, ਉਸਨੇ ਉੱਥੋਂ ਦੇ ਮਾਈਕਰੋਬਸ ਦੇ ਉੱਪਰ ਖੋਜ ਕਰਕੇ ਰਿਸਰਚ ਕੀਤੀ ਸੀ ਕਿ ਇਹ ਕੀਮੋਸਿੰਥਸਿਸ ਨਾਂ ਦੀ ਪ੍ਰਕਿਰਿਆ ਦੇ ਰਾਹੀਂ ਆਪਣਾ ਭੋਜਨ ਤਿਆਰ ਕਰਦੇ ਨੇ ਤੇ ਪੱਥਰ ਵਿਚਲੀ ਕਾਰਬਨ ਨੂੰ ਆਪਣੇ ਸਰੀਰ ਦੇ ਨਾਲ ਆਰਗੈਨਿਕ ਮਟੀਰੀਅਲ 'ਚ ਬਦਲ ਕੇ ਖਾਂਦੇ ਨੇ। ਅੱਜ ਵਿਗਿਆਨ ਇਹ ਗੱਲ ਖੋਜ ਕਰਦੀ ਹੈ, ਤੇ ਸੱਚ ਜਾਣਿਓ ਕਿੰਨਾ ਸਮਾਂ ਸਾਡੇ ਗੁਰੂ ਸਾਹਿਬਾਨ ਨੇ ਤੇ ਭਗਤ ਸਾਹਿਬਾਨ ਨੇ ਇਹ ਗੱਲ ਕਹਿ ਦਿੱਤੀ, ਕੀਟ ਪਖਾਣ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾ। ਪੱਥਰ 'ਚ ਰਸਤਾ ਨਹੀਂ ਹੈ, ਫਿਰ ਵੀ ਉਸ ਨੂੰ ਰੋਟੀ ਮਿਲ ਰਹੀ। ਅੱਜ ਸਾਇੰਸ ਇਸ ਗੱਲ ਨੂੰ ਮੰਨਦੀ ਹੈ। ਸਿੱਖੀ ਦਾ ਸਬਰ ਔਰ ਸਿਦਕ ਕਿਵੇਂ ਦਾ? ਭਗਤ ਧੰਨਾ ਜੀ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇ। ਕੁਛ ਮਹਾਤਮਾ ਆਏ, ਅਤੀਤ ਮਹਾਤਮਾ ਸੀ, ਮੰਗਣ ਵਾਲੇ। ਧੰਨਾ ਭਗਤ ਕਿਰਤੀ ਸੀ। ਇਹ ਦੋ ਵਰਗ ਨੇ ਸੰਸਾਰ ਵਿੱਚ, ਇੱਕ ਸ਼ਰਮਕ, ਇੱਕ ਆਸ਼ਰਮਿਕ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿੰਨੀ ਵੀ ਬਾਣੀ ਦਰਜ ਕੀਤੀ ਗਈ ਹੈ, ਸ਼ਰਮਿਕ ਵਰਗ ਦੀ ਕੀਤੀ ਗਈ, ਜਿਹੜਾ ਵਕਤ ਕਿਰਤ ਕਰਕੇ ਖਾਂਦਾ ਸੀ। ਕਿਸੇ ਵੀ ਉਸ ਭਗਤ ਦੀ ਜਾਂ ਉਸ ਰਹਿਬਰ ਦੀ ਬਾਣੀ ਦਰਜ ਨਹੀਂ ਹੈ ਜਿਹਨੇ ਧਰਮ ਨੂੰ ਆਪਣਾ ਧੰਦਾ ਬਣਾਇਆ ਹੋਵੇ। ਬਾਣੀ ਉਸ ਦੀ ਦਰਜ ਹੈ ਜਿਸਨੇ ਧੰਦੇ ਨੂੰ ਹੀ ਧਰਮ ਬਣਾ ਲਿਆ। ਸ਼ਰਮਿਕ ਵਰਗ, ਆਸ਼ਰਮਿਕ ਨਹੀਂ, ਜਿਹੜਾ ਮਿਹਨਤ ਕਰਦਾ। ਸ਼ਰਮ, ਮਿਹਨਤ ਕਰਨਾ। ਆ ਕੇ ਕਹਿੰਦੇ ਨੇ ਧੰਨੇ ਭਗਤ, ਸਾਨੂੰ ਕੁਝ ਖਾਣ ਦੇ ਵਾਸਤੇ ਦੇ ਦੇ। ਚਾਦਰ ਵਿਛਾ ਦਿੱਤੀ। ਕਿਸਾਨ ਸੀ, ਖੇਤੀ ਕਰਦਾ ਸੀ, ਅਨਾਜ ਪੈਦਾ ਹੋਇਆ ਸੀ। ਉਸਨੇ ਅਨਾਜ ਦੀ ਜਿੰਨੀ ਕੁ ਭਰੀ ਜਾ ਸਕਦੀ ਸੀ ਉਹ ਪੋਟਲੀ ਭਰ ਦਿੱਤੀ। ਚੁੱਕ ਕੇ ਤੁਰਨ ਲੱਗੇ ਤੇ ਧੰਨਾ ਇੱਕ ਸਵਾਲ ਕਰਦਾ ਹੈ, ਕਹਿੰਦਾ ਮਹਾਤਮੋ ਤੁਸੀਂ ਅੰਨ ਮੰਗਿਆ, ਮੈਂ ਤੁਹਾਨੂੰ ਦੇ ਦਿੱਤਾ, ਹੁਣ ਉਹਨੂੰ ਇੱਕ ਸਵਾਲ ਦਾ ਜਵਾਬ ਦਿਓ, ਗੁਜ਼ਰ ਕਿਵੇਂ ਹੁੰਦਾ?
ਜ਼ਿੰਦਗੀ ਕਿਵੇਂ ਲੰਘਦੀ। ਮਹਾਤਮਾ ਸਿਆਣੇ ਸੀ ਪਰ ਧੰਨੇ ਭਗਤ ਵਰਗੇ ਨੇ। ਬੜਾ ਸੋਚ ਕੇ ਕਹਿੰਦੇ ਨੇ ਧੰਨੇ ਸਾਡੀ ਜ਼ਿੰਦਗੀ ਸਬਰ ਔਰ ਸ਼ੁਕਰ 'ਚ ਬੀਤਦੀ ਹੈ। ਇਸਲਾਮ ਧਰਮ ਦੇ ਹਜ਼ਰਤ ਹੋਏ ਨੇ ਇਬਰਾਹਿਮ ਅਦਮ, ਉਹਨਾਂ ਦੇ ਨਾਲ ਵੀ ਇਹ ਘਟਨਾ ਵਾਪਰੀ ਸੀ। ਉਹਨਾਂ ਦੇ ਇਸ ਜਵਾਬ ਨੂੰ ਬੜਾ ਵੱਡਾ ਗਿਣਿਆ ਜਾਂਦਾ ਹੈ। ਕਹਿੰਦੇ ਉਹਨਾਂ ਨੇ ਵੀ ਕਿਸੇ ਨੂੰ ਕਿਹਾ ਸੀ ਜ਼ਿੰਦਗੀ ਕਿਵੇਂ ਲੰਘਦੀ, ਤੇ ਅੱਗੋਂ ਉਹਨਾਂ ਨੇ ਜਵਾਬ ਦਿੱਤਾ ਸੀ ਸਬਰ ਤੇ ਸ਼ੁਕਰ। ਇਸ ਕਰਕੇ ਇਸਲਾਮ 'ਚ ਸਬਰ ਤੇ ਸ਼ੁਕਰ ਨੂੰ ਬੜਾ ਵੱਡਾ ਮੰਨਿਆ ਜਾਂਦਾ ਹੈ। ਪਰ ਸਿੱਖੀ ਨੇ ਆਪਣੇ ਪੈਰਾਮੀਟਰ ਹੀ ਹੋਰ ਖੜੇ ਕਰ ਦਿੱਤੇ ਨੇ। ਧੰਨੇ ਭਗਤ ਨੂੰ ਕਹਿੰਦੇ ਨੇ ਕਿ ਸਾਡੀ ਜ਼ਿੰਦਗੀ ਸਬਰ ਤੇ ਸ਼ੁਕਰ 'ਚ ਬੀਤਦੀ ਹੈ। ਧੰਨਾ ਕਹਿੰਦਾ ਉਹ ਕਿਵੇਂ? ਕਹਿੰਦਾ ਜੇ ਕੁਛ ਮਿਲ ਜਾਵੇ ਤੇ ਸ਼ੁਕਰ ਕਰਦੇ ਹਾਂ, ਨਾ ਮਿਲੇ ਤੇ ਸਬਰ ਕਰਦੇ ਹਾਂ। ਬੜੀ ਵੱਡੀ ਗੱਲ ਹੈ। ਮੁਸਕਰਾ ਕੇ ਭਗਤ ਧੰਨਾ ਕਹਿੰਦਾ ਇਹ ਤਾਂ ਮੇਰੀ ਗਲੀ ਦੇ ਕੁੱਤੇ ਵੀ ਕਰਦੇ। ਵੱਡਾ ਕੀ ਕਰ ਰਹੇ ਹੋ? ਇਹ ਤਾਂ ਮੇਰੀ ਗਲੀ ਦੇ ਕੁੱਤੇ ਵੀ ਕਰਦੇ ਨੇ। ਕਹਿੰਦਾ ਉਹ ਕਿਵੇਂ? ਰੋਟੀ ਪਾ ਦਈਏ ਤੇ ਸ਼ੁਕਰ ਹੈ ਖਾ ਲੈਂਦੇ ਨੇ, ਨਾ ਪਈਏ ਤਾਂ ਵੀ ਗਲੀ 'ਚ ਬੈਠੇ ਰਹਿੰਦੇ ਨੇ। ਸਬਰ ਸ਼ੁਕਰ ਤਾਂ ਕੁੱਤੇ ਵੀ ਕਰਦੇ ਨੇ। ਵੱਡਾ ਕੀ ਕਰ ਰਹੇ ਹੋ? ਸ਼ਰਮਸਾਰ ਹੋ ਗਈਆਂ ਅੱਖਾਂ। ਆਪਣੇ ਵੱਲੋਂ ਤੇ ਬੜਾ ਵੱਡਾ ਜਵਾਬ ਦਿੱਤਾ ਸੀ। ਹੁਣ ਧੰਨੇ ਭਗਤ ਦੇ ਅੱਗੇ ਅੱਖਾਂ ਨਹੀਂ ਚੁੱਕੀਆਂ ਜਾ ਰਹੀਆਂ। ਕਹਿੰਦੇ ਧੰਨਿਆ ਫਿਰ ਤੂੰ ਦੱਸ, ਤੂੰ ਕੀ ਕਰਦਾ ਹੈ? ਤੇਰਾ ਸਬਰ ਤੇ ਸ਼ੁਕਰ ਕਿਵੇਂ ਦਾ ਹੈ? ਕਹਿੰਦਾ ਮਿਲ ਜਾਵੇ ਤੇ ਵੰਡ ਕੇ ਛਕਦਾ, ਨਾ ਮਿਲੇ ਤੇ ਅਰਦਾਸ ਕਰਦਾ। ਇਹ ਸਿੱਖੀ ਦਾ ਸਬਰ ਔਰ ਸ਼ੁਕਰ ਹੈ। ਮੈਂ ਕਹਿੰਦਾ ਅੱਜ ਤੱਕ ਅਸੀਂ ਨਾ ਸਮਝ ਸਕੇ, ਅਸੀਂ ਧਰਮ ਨੂੰ ਧੰਦਾ ਬਣਾ ਲਿਆ। ਕਿਸੇ ਸਮੇਂ ਏਸ਼ੀਆ ਦੇ ਜਰਨੈਲ ਅਹਿਮਦ ਸ਼ਾਹ ਅਬਦਾਲੀ ਨੇ ਲਾਹੌਰ ਦੇ ਸੂਬੇਦਾਰ ਨੂੰ ਇੱਕ ਸਵਾਲ ਕੀਤਾ ਸੀ, ਸਿੱਖੀ ਦਾ ਸਬਰ ਕੀ ਹੈ, ਸਿਦਕ ਕੀ ਹੈ, ਕਿਵੇਂ ਦਾ ਹੈ, ਕਿਵੇਂ ਵੰਡ ਕੇ ਛਕਦੇ ਅਸੀਂ, ਕਿਵੇਂ ਅਰਦਾਸ ਕਰਦੇ ਹਾਂ? ਉਸਨੇ ਕਿਹਾ ਸੀ ਮੈਂ ਮਰੱਟਿਆਂ ਦਾ ਇੱਕ ਵਾਰੀ ਲੱਕ ਤੋੜਿਆ, ਉਸ ਤੋਂ ਬਾਅਦ ਮਰੱਟਿਆਂ ਨੇ ਮੇਰੇ ਅੱਗੇ ਸਿਰ ਨਹੀਂ ਚੁੱਕਿਆ। ਪਰ ਮੈਂ ਜਦੋਂ ਵੀ ਦਿੱਲੀ ਤੋਂ ਹਿੰਦੂਆਂ ਦੀਆਂ ਕੁੜੀਆਂ ਤੇ ਮਾਲ ਅਸਬਾਬ ਲੁੱਟ ਕੇ ਲੈ ਕੇ ਜਾਂਦਾ ਹੈ, ਅਟਕ ਤੋਂ ਪਹਿਲਾਂ ਕਿਤੇ ਚੜ੍ਹਤ ਸਿੰਘ, ਕਿਤੇ ਕਰਮ ਸਿੰਘ, ਕਿਤੇ ਹਰੀ ਸਿੰਘ ਭੰਗੀ, ਕਿਤੇ ਬਾਜ ਸਿੰਘ, ਕਿਤੇ ਬਘੇਲ ਸਿੰਘ, ਕੋਈ ਨਾ ਕੋਈ ਘੇਰ ਕੇ ਮੈਨੂੰ ਲੁੱਟ ਲੈਂਦਾ। ਇਹ ਕੌਣ ਨੇ? ਕਹਿੰਦਾ ਸਿੱਖ ਨੇ। ਕਹਿੰਦਾ ਕਿੱਥੇ ਰਹਿੰਦੇ ਨੇ? ਕਹਿੰਦਾ ਜੰਗਲਾਂ ਦੇ ਵਿੱਚ। ਕਹਿੰਦਾ ਆਗੂ ਕੌਣ ਹੈ? ਕਹਿੰਦਾ ਸ਼ਹਿਨਸ਼ਾਹ ਖੁਦ ਹੀ ਕੋ ਭਗਤ ਕਾਨ ਨਾ ਕਾਹੂ ਕੀ ਰੱਖ। ਕਹਿੰਦਾ ਹਰ ਸਿੱਖ ਆਪਣੇ ਆਪ ਨੂੰ ਸ਼ਹਿਨਸ਼ਾਹ ਸਮਝਦਾ, ਹਰ ਇੱਕ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ। ਕਹਿੰਦਾ ਇਹਨਾਂ ਦਾ ਰਹਿਬਰ ਕੌਣ ਹੈ? ਕਹਿੰਦਾ ਮੁਰਸ਼ਿਦ ਇਨਕਾ ਵਲੀ ਪਇਓ ਹੈ, ਇਨਕੋ ਆਬੇ ਹਯਾਤ ਦਿਓ, ਜ਼ਿੰਦਗੀ ਦਾ ਪਾਣੀ ਅੰਮ੍ਰਿਤ ਦੇ ਦਿੱਤਾ ਇਹਨਾਂ ਨੂੰ। ਕਹਿੰਦਾ ਰੋਟੀ ਕੌਣ ਦਿੰਦਾ ਇਹਨਾਂ ਨੂੰ? ਕਹਿੰਦਾ ਇਹ ਤਾਂ ਨਹੀਂ ਪਤਾ ਕੌਣ ਦਿੰਦਾ, ਪਰ ਇਹ ਦੱਸ ਸਕਦਾ ਖਾਂਦੇ ਕਿਵੇਂ ਨੇ। ਸਬਰ ਤੇ ਸ਼ੁਕਰ ਵੇਖਿਓ ਸਿੱਖੀ ਦਾ। ਇਹ ਨਹੀਂ ਪਤਾ ਕੌਣ ਦਿੰਦਾ, ਪਰ ਇਹ ਦੱਸ ਸਕਦਾ ਇਹ ਰੋਟੀ ਖਾਂਦੇ ਕਿਵੇਂ ਨੇ। ਕਹਿੰਦਾ ਜੰਗਲ 'ਚ ਨੇ, ਇਹਨਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਹੁੰਦੇ ਨੇ, ਦੁਸ਼ਮਣ ਨੇ ਘੇਰਿਆ ਹੁੰਦਾ ਹੈ। ਕਹਿੰਦਾ ਰਾਤ ਨੂੰ ਲੰਗਰ ਤਿਆਰ ਕਰਦੇ ਨੇ, ਨਗਾਰਾ ਵਜਾਉਂਦੇ ਨੇ, ਤੇ ਇੱਕ ਸਿੱਖ ਉੱਚੀ ਆਵਾਜ਼ 'ਚ ਕਹਿੰਦਾ ਭੂਖਾ ਦੇਤ ਆਵਾਜ਼ਾਂ ਕੋਈ, ਆਵੋ ਦੇਗ ਤਿਆਰ ਗੁਰ ਹੋਈ। ਸਾਡਾ ਦੁਸ਼ਮਣ ਵੀ ਜੇ ਸੁਣ ਰਿਹਾ ਤੇ ਸਾਡਾ ਐਲਾਨ ਸੁਣ ਰਿਹਾ, ਸਾਡਾ ਲੰਗਰ ਤਿਆਰ ਹੈ, ਆ ਕੇ ਛਕ ਸਕਦਾ। ਦੁਸ਼ਮਣ ਨੂੰ ਕਹਿੰਦੇ ਨੇ। ਬਹੁਤ ਉੱਚੀ ਹੱਸਿਆ ਅਬਦਾਲੀ। ਕਹਿੰਦਾ ਬੜੇ ਕਮਲੇ ਨੇ, ਜੇ ਸੱਚਮੁੱਚ ਦੁਸ਼ਮਣ ਆ ਜਾਵੇ, ਕਹਿੰਦਾ ਆ ਜਾਵੇ। ਕਹਿੰਦਾ ਲੰਗਰ 'ਚ ਬਹਿ ਜਾਵੇ, ਕਹਿੰਦਾ ਬਿਲਕੁਲ ਵਾਰ ਨਹੀਂ ਕਰਨਗੇ ਲੰਗਰ 'ਚ ਬੈਠੇ ਤੇ, ਆ ਜਾਵੇ ਖਾ ਜਾਵੇ। ਕਹਿੰਦਾ ਜੇ ਦੁਸ਼ਮਣ ਆ ਕੇ ਸਾਰਾ ਹੀ ਖਾ ਜਾਵੇ, ਇਹਨਾਂ ਨੂੰ ਖਾਣ ਲਈ ਕੁਝ ਨਾ ਬਚੇ, ਤੇ ਕਹਿੰਦਾ ਫਿਰ ਕਹਿੰਦਾ ਬੱਚੇ ਤੋਂ ਦਾਣਾ ਆਪ ਖਲੇ ਹੈ, ਨਹੀਂ ਤਾਂ ਲੰਗਰ ਮਸਤ ਬਚੇ। ਕਹਿੰਦਾ ਜੇ ਕਿਤੇ ਦਾਣਾ ਬਚ ਜਾਵੇ ਤੇ ਖਾ ਲੈਂਦੇ ਨੇ। ਇਹੋ ਜਿਹੇ ਸਬਰ ਔਰ ਸਿਦਕ 'ਚ ਰਹਿੰਦੇ ਨੇ। ਕਹਿੰਦੇ ਲੰਗਰ ਮਸਤਾਨਾ ਹੋ ਗਿਆ, ਤਾਂ ਵੀ ਕਹਿੰਦਾ ਇਹਨਾਂ ਦੇ ਮੱਥੇ ਤੇ ਕੋਈ ਤਰੇਲੀ ਨਹੀਂ ਆਉਂਦੀ। ਹੁਣ ਇਹ ਧੰਨਾ ਭਗਤ ਕਹਿ ਰਿਹਾ ਨਾ ਮਿਲੇ ਤੇ ਅਰਦਾਸ, ਮਿਲ ਜਾਵੇ ਤੇ ਵੰਡ ਕੇ ਛਕਦਾ। ਇਹ ਸਿੱਖੀ ਦਾ ਸਬਰ ਹੈ, ਇਹ ਸਿੱਖੀ ਦਾ ਸਿਦਕ ਹੈ। ਅਗਲੀ ਗੱਲ ਧੰਨਾ ਭਗਤ ਜੀ, ਵਕਤ ਮੇਰਾ ਸਮਾਪਤ ਹੋ ਗਿਆ, 5 ਮਿੰਟ ਹੋਰ ਲਊਂਗਾ ਜੀ। ਅਗਲੀ ਗੱਲ ਧੰਨਾ ਭਗਤ ਜੀ ਆਪਣੀ ਬਾਣੀ 'ਚ ਇੱਕ ਬੜਾ ਪਿਆਰਾ ਪ੍ਰਮਾਣ ਦਿੰਦੇ ਨੇ। ਉਹ ਕਹਿੰਦੇ ਨੇ ਕੁੰਮੀ ਜਲ ਮੇ ਤਨ ਤਿਸ ਬਾਰ, ਪੰਖ ਖੀਰ ਤਿਸ ਨਾਹੀ, ਪੂਰਨ ਪਰਮਾਨੰਦ ਦਮੋਦਰ ਸਮਝ ਦੇਖ ਮਨ ਮਾਹੀ। ਕਹਿੰਦੇ ਆ ਮਨੁੱਖ ਮੈਨੂੰ ਇੱਕ ਗੱਲ ਦੱਸ, ਅਸੀਂ ਰੋਜ਼ ਪੜ੍ਹਦੇ ਹਾਂ ਊਡੈ ਊਡ ਆਵੇ ਸਹਿ ਕੋਸ਼, ਤਿਸ ਪਾਸ਼ੇ ਬਚਰੇ ਸ਼ਰਿਆ, ਤਿਨ ਕਵਣ ਖਿਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਤੁਸੀਂ ਸਾਰਿਆਂ ਦੇ ਕੋਲ, ਤੁਹਾਡੇ ਕੋਲ ਸਮਾਰਟਫੋਨ ਨੇ, ਸਾਰਿਆਂ ਦੇ ਕੋਲ ਆਈਫੋਨ ਨੇ, ਸੈਮਸੰਗ ਦੇ ਫੋਨ ਨੇ, ਸਾਰਿਆਂ ਦੇ ਕੋਲ ਇੰਟਰਨੈਟ ਚੱਲਦਾ ਹੈ। 2 ਤਰ੍ਹਾਂ ਦੇ ਕੱਛੂ ਕੰਮੇ ਹੁੰਦੇ ਨੇ। ਅੰਗਰੇਜ਼ੀ ਦੇ 'ਚ ਇੱਕ ਨੂੰ ਟਾਰਟਾਈਜ਼ ਕਿਹਾ ਜਾਂਦਾ, ਇੱਕ ਨੂੰ ਟਰਟਲ ਕਿਹਾ ਜਾਂਦਾ। ਜਿਹੜਾ ਕੱਛੂ ਕੰਮਾ ਜ਼ਮੀਨ 'ਤੇ ਸਾਨੂੰ ਮਿਲਦਾ ਹੈ ਉਸ ਨੂੰ ਟਾਰਟਾਈਜ਼ ਕਿਹਾ ਜਾਂਦਾ। ਜਿਹੜਾ ਕੇਵਲ ਤੇ ਕੇਵਲ ਸਮੁੰਦਰ 'ਚ ਪਾਣੀ 'ਚ ਰਹਿੰਦਾ ਹੈ ਉਸ ਨੂੰ ਟਰਟਲ ਕਿਹਾ ਜਾਂਦਾ। ਹੈਚਿੰਗ ਆਫ ਟਰਟਲ ਇੰਟਰਨੈਟ 'ਤੇ ਸਰਚ ਕਰਿਓ। ਮਾਦਾ ਕੱਛੂ ਕੰਮਾ ਜਦੋਂ ਉਸਨੇ ਆਂਡੇ ਦੇਣੇ ਹੁੰਦੇ ਸਮੁੰਦਰ 'ਚੋਂ ਬਾਹਰ ਨਿਕਲ ਕੇ ਆਉਂਦੀ ਹੈ। ਬਾਹਰ ਨਿਕਲ ਕੇ ਰੇਤ 'ਤੇ ਆ ਕੇ ਰੇਤ ਦਾ ਟੈਂਪਰੇਚਰ ਚੈੱਕ ਕਰਦੀ ਆਪਣੀ ਚਮੜੀ ਦੇ ਨਾਲ ਕਿ ਰੇਤ ਦਾ ਤਾਪਮਾਨ ਕਿੰਨਾ ਹੈ। ਜਦੋਂ ਵੇਖਦੀ ਕਿ ਰੇਤ ਦਾ ਤਾਪਮਾਨ ਬੜਾ ਵਧੀਆ ਹੈ, ਉਦੋਂ ਆਪਣੇ ਛੋਟੇ ਛੋਟੇ ਪੈਰਾਂ ਦਾ ਇੱਕ ਟੋਆ ਪੁੱਟਦੀ ਹੈ। ਉਸ ਟੋਏ ਦੇ ਵਿੱਚ ਉਹ 90 ਤੋਂ ਲੈ ਕੇ 110 ਆਂਡੇ ਦਿੰਦੀ ਹੈ। ਆਂਡੇ ਦੇਣ ਤੋਂ ਬਾਅਦ ਉਸ ਨੂੰ ਰੇਤ ਦੇ ਨਾਲ ਢੱਕਦੀ ਹੈ।
उत्ते थोड़ा जिहा घाह पाउंदी है ते चली जाती समुंदर दे विच। हुण भगत धन्ना जी कहते कुम्मी जल में तन ते सबार, माँ पानी दे विच, उहदे जिगर दे टुकड़े आंडे वो बाहर ने। 110 तो लैके 125 दिन बाद आंडे फुटते हैं, उन्हां चों बच्चे निकलते हैं। हुण पंख खीरते ना ही 125 दिन लगातार 3.5 महीने माँ बच्चों के कोल नहीं आई। पंख खीरते ना ही ना तो उहदे खंभ ने कि रोज़ आके कुकड़ी दे वांगू धरने ते बैठ जावे, ना उन्होंने थण लगे ने कि बच्चे पैदा होने ते जाके दुध चंगा दे। दोवें चीज़ां है ने। मादा कच्छू कम्मां नूं ना खंभ ते ना थण दिते ने, आंडे निकल किवें रहे ने, अपने आप एग हैचिंग होंदी है। पंख खीरते ना ही ना दुध चंगाया माँ ने, ना धरने ते बैठी बच्चे फिर भी निकले ने। पूर्ण परमानंद मनोहर समझ देख मनमाई, सोचते सही वो बच्चे की खांदे ने। जिस वेले वो बच्चे आंडे नूं तोड़ के बाहर निकलते हैं, जिहड़ा आंडे का छिलका है 4 दिन वास्ते वो खांदे ने, उही उन्हां दे वास्ते जिंदगी दे सारे तत्त दिंदा है जिन्हां दे नाल वो तुरन जोगे हो जाते हैं। ते 5वें दिन नूं वो तुर के समुंदर च जाते हैं ते फिर अपनी माँ दे कोल। पूर्ण परमानंद समोर समझ देख मन माही, कुम्मी जल में तन तिस बाहर। सो इन्ने वड्डे प्रमाण पट साहबान ने और भगत साहबान ने गुरबाणी दे विच रखे ने, जिन्होंने समझण दी विचारन की लोड़ है। महापुरुषों का बहुत वड्डा उपराला है, क्योंकि मैं इस साल दे पहला इवें दा समागम होया जिथे भगत और भट्ट साहबान के उपर संगतां दे नाल विचार साझे करने का मौका मिलिया। वक्त वीर जी होई आए बैठे ने, मैं 2-4 मिनट उपर लै गया, खिमा दा जाचक इन्नियां क बेनतियां प्रवान। फतेह दी सांझ गज के आखियो जी, वाहिगुरू जी का खालसा वाहिगुरू जी की फतेह।